है जान हथेली पर एक दम में गवा देंगे, उफ तक भी जुबान से हम हरगिज़ ना निकालेंगे। तलवार उठाओ तुम, हम सर को झुका देंगे, सीखा है नया हमने लड़ने का ये तरीका। चलवाओ गन मशीनें, हम सीना अड़ा देंगे, दिलवाओ हमें फांसी ऐलान से कहते हैं, खून से ही हम शहीदों की फौज बना देंगे। अमर शहीद अशफाक उल्ला खान दी कविता ਦੀਆਂ ਇਹ ਪੰਕਤੀਆਂ ਉਸ ਵਕਤ ਦੇਸ਼ ਦੇ ਨੌਜਵਾਨਾਂ ਦੇ ਖੂਨ ਵਿੱਚ ਉਬਾਲ ਪੈਦਾ ਕਰਦੀਆਂ ਸਨ। 19 ਦਸੰਬਰ 1927 ਨੂੰ ਸਿਰਫ 17 ਸਾਲ ਦੀ ਉਮਰ ਵਿੱਚ ਆਜ਼ਾਦੀ ਦਾ ਸੁਪਨਾ ਆਪਣੇ ਸੀਨੇ ਵਿੱਚ ਲੈ ਕੇ ਸ਼ਹੀਦ ਹੋ ਗਏ ਸਨ। ਇਸ ਤੋਂ ਲਗਭਗ 69 ਸਾਲ ਪਹਿਲਾਂ 1858 ਵਿੱਚ ਵੀ ਭਾਰਤ ਵਿੱਚ ਅੰਗਰੇਜ਼ਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣ ਵਾਲੇ ਕਈ ਕ੍ਰਾਂਤੀਕਾਰੀ ਆਏ ਸਨ। ਉਨ੍ਹਾਂ ਵਿੱਚੋਂ ਹੀ ਇੱਕ ਸਨ ਅਮਰਚੰਦਰ ਵਾਂਠੀਆ। यूं तो देश में कई ऐसे क्रांतिकारी पैदा हुए जिन्होंने अंग्रेजों से लड़ते लड़ते अपने प्राण त्याग दिए या फिर हंसते हंसते फांसी पर झूल गए। इनमें से एक नाम है ग्वालियर के अमरचंद भाटिया। ग्वालियर के अमरचंद भाटिया उस समय ग्वालियर रियासत के गंगाजली कोष के अध्यक्ष थे और उन पर आरोप था कि महारानी लक्ष्मीबाई और उनकी सेना को सिंधिया रियासत के पूरे खजाने को उन्होंने सौंप दिया। ਸਿੰਧੀਆ ਰਾਜਵੰਸ਼ ਦੇ ਖਜ਼ਾਨਚੀ ਅਮਰਚੰਦਰ ਵਾਂਠੀਆ ਦਾ ਜਨਮ 1793 ਵਿੱਚ ਬੀਕਾਨੇਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਹਨਾਂ ਨੇ ਮਨ ਵਿੱਚ ਧਾਰ ਲਿਆ ਸੀ ਕਿ ਦੇਸ਼ ਦੀ ਆਨ ਬਾਨ ਅਤੇ ਸ਼ਾਨ ਦੇ ਲਈ ਕੁਝ ਕਰ ਗੁਜ਼ਰਨਾ ਹੈ। ਸ਼ਹੀਦ ਅਮਰਚੰਦਰ ਦੇ ਪਿਤਾ ਦਾ ਪੁਸ਼ਤੈਨੀ ਕਾਰੋਬਾਰ ਸੀ, ਪਰ ਨੁਕਸਾਨ ਕਾਰਨ ਉਸ ਦੇ ਪਿਤਾ ਨੂੰ ਪਰਿਵਾਰ ਸਮੇਤ ਗਵਾਲੀਅਰ ਜਾਣਾ ਪਿਆ। ਗਵਾਲੀਅਰ ਦੇ ਤਤਕਾਲੀ ਮਹਾਰਾਜਾ ਨੇ ਵਾਂਠੀਆ ਖਾਨਦਾਨ ਨੂੰ ਪਨਾਹ ਦਿੱਤੀ। ਉਨ੍ਹਾਂ ਦੀ ਸਲਾਹ ਤੇ ਵਾਂਠੀਆ ਪਰਿਵਾਰ ਨੇ ਗਵਾਲੀਅਰ 'ਚ ਦੁਬਾਰਾ ਕਾਰੋਬਾਰ ਸ਼ੁਰੂ ਕਰ ਦਿੱਤਾ। ਵਾਂਠੀਆ ਪਰਿਵਾਰ ਦੀ ਮਿਹਨਤ ਅਤੇ ਇਮਾਨਦਾਰੀ ਦੇ ਚਰਚੇ ਹੋਣੇ ਸ਼ੁਰੂ ਹੋ ਗਏ। ਆਰਥਿਕ ਪ੍ਰਬੰਧਨ ਵਿੱਚ ਆਪਣੀ ਮਹਾਰਤ ਦੇ ਕਾਰਨ ਜਿਆਜੀ ਰਾਓ ਸਿੰਧੀਆ ਨੇ ਅਮਰਚੰਦਰ ਵਾਂਠੀਆ ਨੂੰ ਰਿਆਸਤ ਦਾ ਖਜ਼ਾਨਚੀ ਬਣਾ ਦਿੱਤਾ ਸੀ। ਕਿਸੇ ਵੀ ਵਪਾਰੀ ਨੂੰ ਖਜ਼ਾਨੇ ਦਾ ਖਜ਼ਾਨਚੀ ਬਣਾਉਣਾ ਬਹੁਤ ਵੱਡੀ ਗੱਲ ਸੀ। ਉਸ ਸਮੇਂ ਗਵਾਲੀਅਰ ਦੇ ਗੰਗਾਜਲੀ ਖਜ਼ਾਨੇ ਦੀ ਜਾਣਕਾਰੀ ਕੁਝ ਖਾਸ ਲੋਕਾਂ ਨਾਲ ਹੀ ਸੀਮਤ ਰਹਿੰਦੀ ਸੀ। ਹੁਣ ਉਸੇ ਖਜ਼ਾਨੇ ਦੀ ਜ਼ਿੰਮੇਵਾਰੀ ਅਮਰਚੰਦਰ ਵਾਂਠੀਆ ਤੇ ਸੀ। ਇਹ ਸਾਲ 1857 ਸੀ। ਆਜ਼ਾਦੀ ਦੀ ਜੰਗ ਤੇਜ਼ ਹੋ ਰਹੀ ਸੀ। ਅਮਰਚੰਦਰ ਵਾਂਠੀਆ ਵੀ ਆਜ਼ਾਦੀ ਦੇ ਪਰਵਾਨਿਆਂ ਦੇ ਕਿੱਸੇ ਇੱਧਰ-ਉੱਧਰ ਤੋਂ ਸੁਣਿਆ ਕਰਦੇ ਸੀ। ਕਈ ਵਾਰ ਉਹਨਾਂ ਦੇ ਸਾਥੀ ਉਹਨਾਂ ਨੂੰ ਕਹਿੰਦੇ ਕਿ ਅਮਰਚੰਦਰ ਹੁਣ ਤੁਸੀਂ ਵੀ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕ ਲਵੋ। ਅੰਗਰੇਜ਼ਾਂ ਦਾ ਸਮਾਂ ਹੁਣ ਖਤਮ ਹੋਣ ਵਾਲਾ ਹੈ, ਰਿਆਸਤਾਂ ਖਤਮ ਹੋਣ ਵਾਲੀਆਂ ਹਨ, ਹਿੰਦੁਸਤਾਨ ਆਜ਼ਾਦ ਹੋਣ ਵਾਲਾ ਹੈ। ਫਿਰ ਅਮਰਚੰਦਰ ਵਾਂਠੀਆ ਕਹਿੰਦੇ ਸੀ, ਭਾਈ ਮੈਂ ਹਥਿਆਰ ਤਾਂ ਨਹੀਂ ਚਲਾ ਸਕਦਾ, ਹਾਂ ਜਦੋਂ ਸਮਾਂ ਆਇਆ ਤਾਂ ਕੁਝ ਅਜਿਹਾ ਕਰ ਜਾਵਾਂਗਾ ਕਿ ਇਨਕਲਾਬ ਦੇ ਪੁਜਾਰੀ ਯਾਦ ਰੱਖਣਗੇ। ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਤੋਂ ਲੋਹਾ ਲੈਣ ਵਾਲਿਆਂ ਵਿੱਚ ਝਾਂਸੀ ਦੀ ਰਾਣੀ ਲక్ష్ਮੀਬਾਈ ਸਭ ਤੋਂ ਅੱਗੇ ਸੀ। ਫਿਰੰਗੀਆਂ ਨੂੰ ਭਾਰਤ ਤੋਂ ਬਾਹਰ ਕੱਢਣ ਲਈ ਰਾਣੀ ਆਪਣੇ ਸਿਰ ਤੇ ਕਫਨ ਬੰਨ੍ਹ ਚੁੱਕੀ ਸੀ। ਝਾਂਸੀ ਦੇ ਆਸ-ਪਾਸ ਜਿੱਥੇ ਵੀ ਅੰਗਰੇਜ਼ਾਂ ਦੇ ਟੁਕੜਿਆਂ ਤੇ ਪਲਣ ਵਾਲੀਆਂ ਰਿਆਸਤਾਂ ਸੀ, ਉਹਨਾਂ ਤੇ ਰਾਣੀ ਹਮਲਾ ਕਰ ਰਹੀ ਸੀ। ਗਵਾਲੀਅਰ ਤੇ ਝਾਂਸੀ ਦੀ ਰਾਣੀ ਲక్ష్ਮੀਬਾਈ ਨੇ ਕਬਜ਼ਾ ਕਰ ਲਿਆ ਸੀ, ਪਰ ਸੰਘਰਸ਼ ਹਜੇ ਖਤਮ ਨਹੀਂ ਹੋਇਆ ਸੀ। ਲక్ష్ਮੀਬਾਈ ਅਤੇ ਤਾਂਤੀਆ ਟੋਪੇ ਆਪਣੀ ਬਾਕੀ ਦੀ ਫੌਜ ਨਾਲ ਅੰਗਰੇਜ਼ਾਂ ਨਾਲ ਲੜ ਰਹੇ ਸਨ। ਜੰਗ ਵਿੱਚ ਰਾਣੀ ਦਾ ਖਜ਼ਾਨਾ ਖਾਲੀ ਹੋ ਗਿਆ ਸੀ। ਉਹਨਾਂ ਦੀ ਫੌਜ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ। ਖਾਣ ਪੀਣ ਦਾ ਸਮਾਨ ਵੀ ਖਤਮ ਹੋ ਗਿਆ ਸੀ। ਪੈਸੇ ਦੀ ਘਾਟ ਦੇ ਕਾਰਨ ਸਵਾਧੀਨਤਾ ਦਾ ਸਮਰ ਦਮ ਤੋੜ ਰਿਹਾ ਸੀ। ਸਮਾਂ ਆ ਗਿਆ ਸੀ, ਦਸਤੂਰ ਵੀ ਸੀ। ਅਮਰਚੰਦਰ ਹਿੰਦੁਸਤਾਨ ਦੀ ਤਾਰੀਖ ਵਿੱਚ ਆਪਣਾ ਨਾਮ ਹਮੇਸ਼ਾ ਦੇ ਲਈ ਦਰਜ ਕਰਵਾਉਣ ਵਾਲੇ ਸਨ। ਅੰਗਰੇਜ਼ਾਂ ਨੂੰ ਸਬਕ ਸਿਖਾਉਣ ਦੀ ਇੱਛਾ ਹੁਣ ਜਵਾਲਾ ਬਣ ਚੁੱਕੀ ਸੀ। ਨੌਜਵਾਨ ਅਮਰਚੰਦਰ ਨੂੰ ਲੱਗਿਆ ਕਿ ਦੇਸ਼ ਦੇ ਲਈ ਕੁਝ ਕਰ ਗੁਜ਼ਰਨ ਦਾ ਇਸ ਤੋਂ ਵਧੀਆ ਮੌਕਾ ਸ਼ਾਇਦ ਹੀ ਉੱਪਰ ਵਾਲਾ ਫਿਰ ਕਦੀ ਦੇ ਸਕਦਾ ਹੈ। ਤਾਰੀਖ 8 ਜੂਨ 1858। ਅਮਰਚੰਦਰ ਵਾਂਠੀਆ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਸਨ। ਉਹਨਾਂ ਨੂੰ ਪਤਾ ਸੀ ਕਿ ਉਹ ਕੁਝ ਅਜਿਹਾ ਕਰਨ ਜਾ ਰਹੇ ਹਨ ਕਿ ਜਿਸ ਦਾ ਨਤੀਜਾ ਮੌਤ ਤੋਂ ਘੱਟ ਨਹੀਂ ਹੋ ਸਕਦਾ। ਧਨ ਦੀ ਘਾਟ ਕਾਰਨ ਆਜ਼ਾਦੀ ਦੀ ਲਾਟ ਕਿਤੇ ਬੁਝ ਨਾ ਜਾਵੇ, ਇਸ ਲਈ ਗਵਾਲੀਅਰ ਦੇ ਗੰਗਾਜਲੀ ਖਜ਼ਾਨੇ ਦੇ ਖਜ਼ਾਨਚੀ ਅਮਰਚੰਦਰ ਵਾਂਠੀਆ ਨੇ ਸਾਰਾ ਖਜ਼ਾਨਾ
ਰਾਣੀ ਲక్ష్ਮੀਬਾਈ ਨੂੰ ਸੌਂਪ ਦਿੱਤਾ। ਅਮਰਚੰਦਰ ਵਾਂਠੀਆ ਆਪਣਾ ਕੰਮ ਕਰ ਚੁੱਕੇ ਸੀ। ਭਾਰਤ ਮਾਤਾ ਦੇ ਸੀਨੇ ਤੋਂ ਅੰਗਰੇਜ਼ਾਂ ਦੇ ਪੰਜੇ ਉਖਾੜ ਸੁੱਟਣ ਦੇ ਲਈ ਆਪਣੀ ਜਾਨ ਦੀ ਬਾਜੀ ਲੁਕਾ ਚੁੱਕੇ ਸਨ। ਉਹਨਾਂ ਨੂੰ ਪਤਾ ਸੀ ਕਿ ਅੰਗਰੇਜ਼ ਹੁਣ ਚੁੱਪ ਨਹੀਂ ਬੈਠਣਗੇ। ਸਰਕਾਰੀ ਖਜ਼ਾਨਾ ਰਾਣੀ ਲక్ష్ਮੀਬਾਈ ਨੂੰ ਦੇਣ ਤੋਂ ਬਾਅਦ ਅੰਗਰੇਜ਼ ਬੁਖਲਾ ਗਏ ਸਨ, ਜੋ ਬਾਂਠਿਆਂ ਦੇ ਲਈ ਦੇਸ਼ ਭਗਤੀ ਸੀ, ਪਰ ਅੰਗਰੇਜ਼ ਸਰਕਾਰ ਨੇ ਦੇਸ਼ ਧਰੋਹ ਮੰਨਿਆ। ਕੁਝ ਦਿਨਾਂ ਦੇ ਬਾਅਦ 18 ਜੂਨ ਨੂੰ ਰਾਣੀ ਲక్ష్ਮੀਬਾਈ ਵੀਰਗਤੀ ਨੂੰ ਪ੍ਰਾਪਤ ਹੋ ਗਈ। ਇਸ ਦੇ 4 ਦਿਨ ਬਾਅਦ ਸੇਠ ਅਮਰਚੰਦਰ ਵਾਂਠੀਆਂ ਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਗਿਆ। ਮੁਕੱਦਮੇ ਦੀ ਨੌਟੰਕੀ ਤੋਂ ਬਾਅਦ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। 22 ਜੂਨ ਨੂੰ ਸਰੇਰਾ ਅਮਰਚੰਦਰ ਵਾਂਠੀਆ ਨੂੰ ਸਰਾਫਾ ਬਾਜ਼ਾਰ ਵਿੱਚ ਨਿੰਮ ਦੇ ਦਰਖਤ ਉੱਤੇ ਫਾਂਸੀ ਤੇ ਲਟਕਾ ਦਿੱਤਾ ਗਿਆ। ਅੰਗਰੇਜ਼ਾਂ ਨੇ 3 ਦਿਨ ਤੱਕ ਸ਼ਹੀਦ ਦੀ ਦੇਹ ਨੂੰ ਨਿੰਮ ਤੇ ਦਰਖਤ ਤੇ ਲਟਕਾਈ ਰੱਖਿਆ। ਅੰਗਰੇਜ਼ ਚਾਹੁੰਦੇ ਸਨ ਕਿ ਇਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣੇ ਤਾਂ ਕਿ ਫਿਰ ਕੋਈ ਵੀ ਇਨਕਲਾਬੀਆਂ ਦੀ ਮਦਦ ਕਰਨ ਦੀ ਹਿੰਮਤ ਨਾ ਕਰ ਸਕੇ। ਅਮਰਚੰਦਰ ਵਾਂਠਿਆਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਗਵਾਲੀਅਰ ਤੋਂ ਉੱਤਰ ਪ੍ਰਦੇਸ਼ ਚਲਾ ਗਿਆ। ਅੱਜ ਵੀ ਗਵਾਲੀਅਰ ਦੇ ਸਰਾਫਾ ਬਾਜ਼ਾਰ ਵਿੱਚ ਉਸੇ ਨਿੰਮ ਦੇ ਦਰਖਤ ਹੇਠਾਂ ਅਮਰਚੰਦਰ ਵਾਂਠਿਆ ਦੀ ਮੂਰਤੀ ਬਣਾਈ ਹੋਈ ਹੈ, ਜੋ ਹਰ ਆਉਣ ਜਾਣ ਵਾਲੇ ਨੂੰ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਹਮੇ ਖੈਰਾਤ ਮੇਂ ਨਹੀਂ ਮਿਲੀ। ਇਸ ਦੀ ਨੀਂਹ ਵਿੱਚ ਅਮਰਚੰਦਰ ਵਾਂਠਿया वर्गे देश भक्तों का खून पिया है। ग्वालियर के सराफा बाजार की यही वो जगह है जहां अमरचंद भाटिया को फांसी दी गई थी। महारानी लक्ष्मीबाई के बलिदान के 4 दिन बाद यानी 22 जून 1858 को अंग्रेजों ने अमरचंद भाटिया को गिरफ्तार कर लिया और महज 2 मिनट में ही उन्हें राजद्रोह घोषित कर उनको नीम के पेड़ पर फांसी दी गई। आप देख सकते हैं कि यही वो जगह है जहां पर ब्रिगेडियर नेपियर ने अमरचंद भाटिया को फांसी दी और उसके बाद उनका शव 3 दिन तक पेड़ पर लटका रहा ताकि लोगों में दहशत का माहौल पैदा किया जा सके।